ਪਿੰਡ ਕੋਟ ਖਾਨ ਮੁਹੰਮਦ ਦੀ ਗਰਾਊਂਡ ਵਿੱਚ ਟੈਂਟ ਦਾ ਜਾਇਜ਼ਾ ਲੈਣ ਪਹੁੰਚੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਨਵੰਬਰ ਨੂੰ 7 ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕਾਨੂੰਨ ਦੇ ਬੈਟ ਇਲਾਕੇ ਵਿੱਚ ਪਹਿਲੀ ਕਿਸਾਨ ਮਹਾਸਭਾ ਕਰਵਾਈ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਵਧੀਕੀਆਂ ਕਰ ਰਹੀ ਹੈ ਅਤੇ ਕਿਸਾਨ ਆਪਣੇ ਤਰੀਕੇ ਨਾਲ ਹੀ ਉਹਨਾਂ ਵਧੀਕੀਆਂ ਦਾ ਜਵਾਬ ਦੇ ਰਹੇ ਹਨ ਅਤੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ किसान इवें ही डटे रहेंगे। गुरदासपुर तो रोहित गुप्ता की रिपोर्ट लाइव भारत। देखो जी तरीक हैगी जे 10 10:30 बजे पूरे कॉन्फ्रेंस शुरू होगी तो संयुक्त मोर्चे तो 7-8 लीडर इत्थे जिहड़े मैं बुलाए हुए हैं तो बाकी साडे नौजवान साथी डॉक्टर साहब तो साडे अपने सरपंच साहब जिन्ने भी सारे अपने जिन्ने लोकल पिंड आ बेट वाले सांझे तौर पर एक वड्डी कॉन्फ्रेंस की जा रही है। उहदे विच यही मकसद आ भी सारे किसान जिहड़े साडे दुकानदार जे घरां 'च बैठे आ कई साडे किसान वड्डे ते जाण डे आ भी वो तो साल तो जा रहे हैं। कई साडे छोटे किसान जां छोटा जिमीदार जां ला लो कोई दुकानदार वो सोचते भी साडे वास्ते नहीं कोई गल ये वड्डियां किसानां नूं कोई पंगा उन्हां नूं समझाउण वास्ते भी ये लड़ाई जिहड़ा बंदा रोटी खांदा ना ओहदी आ ये ना सोचो भी एक कल्ली किसानां दी आ। ये करके सारिਆਂ ਨੂੰ ਇਹ ਜਾਗਰੂਕ ਕਰਨ ਵਾਸਤੇ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ 10 ਤਰੀਕ ਨੂੰ 10:30 ਵਜੇ 7-8 ਲੀਡਰ ਸੰਯੁਕਤ ਮੋਰਚੇ ਤੋਂ ਮੈਂ ਇੱਥੇ ਸੱਦੇ ਹੋਏ ਆ। ਦੋ ਚੋਂ ਦਾ ਮੈਂ ਤੁਹਾਨੂੰ ਨਾਮ ਹੀ ਦੱਸ ਦਿੰਦਾ ਮਨਜੀਤ ਸਿੰਘ ਜੀ ਰਾਏ, ਬਲਦੇਵ ਸਿੰਘ ਜੀ ਸਰਸਾ, ਜੰਗਵੀਰ ਜੀ ਤੇ ਨਾਲ ਉਹਨਾਂ ਦੇ ਫਰਮਾਨ ਸਿੰਘ ਜੀ ਸੰਧੂ ਤੇ 2-3 ਲੀਡਰ ਹੋਰ ਵੀ ਮੈਂ ਬੁਲਾਏ ਹੋਏ। ਉਹ ਅੱਜ ਸ਼ਾਮ ਤੱਕ ਸਾਡੀਆਂ ਫੋਟੋਆਂ ਆ ਜਾਣੀਆਂ, ਸਾਰਿਆਂ ਦੀਆਂ ਫਲੈਕਸੀਆਂ ਜਿਹੜੀਆਂ ਇੱਥੇ ਲਾਈਆਂ ਜਾਣਗੀਆਂ। ਕੀ ਸਮਝਦੇ ਹੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਬਾਰਡਰਾਂ ਦੇ ਉੱਪਰ ਕਿਸੇ ਵੇਲੇ ਟਰੱਕ ਚੜਾ ਕੇ ਕਿਸਾਨ ਬੀਬੀਆਂ ਦਾ ਜਿਹੜਾ ਉਹ ਕਤਲ ਹੋ ਜਾਂਦੇ ਨੇ ਜਾਂ ਫਿਰ ਸਿੰਘੂ ਬਾਰਡਰ ਉੱਤੇ ਜਿਹੜਾ ਨਿਹੰਗ ਜਥੇਬੰਦੀਆਂ ਵੱਲੋਂ ਹੁੰਦੇ ਨੇ ਫਿਰ ਟੈਂਟਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਸਾਰੀਆਂ ਘਟਨਾਵਾਂ ਨੂੰ? ਵੇਖੋ ਜੀ ਇਹ ਬੀਜੇਪੀ ਸਰਕਾਰ ਦੀ ਇੱਕ ਖਿਲੌਣੀ ਹਰਕਤ ਆ। ਤੁਸੀਂ ਦੇਖੋ ਪਿੱਛੇ यूपी ਦੇ ਵਿੱਚ ਇੱਕ ਵੱਡਾ ਕਾਂਡ ਕੀਤਾ ਇਹਨਾਂ ਨੇ ਬੀਜੇਪੀ ਵਾਲਿਆਂ ਨੇ 2-3 ਵਾਰੀ ਉੱਥੇ ਵੀ ਗਏ ਅਸੀਂ ਪਹਿਲੋਂ ਵੀ ਗਏ ਫਿਰ ਭੋਗ ਤੇ ਵੀ ਗਏ ਪਰ ਇਹ ਇੱਕ ਇਹਨਾਂ ਨਾਲ ਇਹ ਜਿਹੜਾ ਆਪਾਂ ਇਹ ਸਾਲ ਦਾ ਸਾਡਾ ਅੰਦੋਲਨ ਚੱਲ ਰਿਹਾ ਇਹਨੂੰ ਟਾਰਪੀਟੋ ਕਰਨ ਵਾਸਤੇ ਇਹ ਇੱਕ ਕੁਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਜਾਂ ਨਿਹੰਗ ਜਥੇਬੰਦੀਆਂ ਜੋ ਕੋਈ ਬੰਦੇ ਲੈ ਜਾ ਰਹੇ ਆ ਵਿੱਚ ਵੀ ਇਹ ਜਿਹੜਾ ਇਹੋ ਜਿਹਾ ਕੰਮ ਕੋਈ ਗਲਤੀ ਕਰਦਾ ਤੇ ਉਹਦੀ ਗਲਤੀ ਵਾਸਤੇ ਕਾਨੂੰਨ ਹੈਗੇ ਕਿਸੇ ਨੂੰ ਇਦਾਂ ਵੱਢ ਕੇ ਟੰਗਣਾ ਇਹ ਸਹੀ ਗੱਲ ਨਹੀਂ ਗੀ। ਬਾਕੀ ਰਾਤੀ ਉੱਥੇ ਅੱਗਾਂ ਲੱਗੀਆਂ ਅੱਗਾਂ 'ਚ ਵਿੱਚ ਇਹ ਵੀ ਪਤਾ ਲੱਗ ਗਿਆ ਵੀ ਬੰਦੇ ਜਿਹੜੇ ਆ ਉਹ ਲਾ ਕੇ ਦੌੜੇ ਆ ਪਰ ਇਹ ਸਿਰਫ ਬੀਜੇਪੀ ਵਾਲਿਆਂ ਦੀ ਇੱਕ ਸਾਜ਼ਿਸ਼ ਆ ਵੀ ਕਿਸੇ ਤਰ੍ਹਾਂ ਇਹ ਜਿਹੜਾ ਅੰਦੋਲਨ ਹੈ ਇਹਨੂੰ ਆਪਾਂ ਠੱਪ ਕੀਤਾ ਜਾਵੇ। ਪਰ ਇਹ ਅੰਦੋਲਨ ਪੰਜਾਬ ਤੋਂ ਉੱਠਿਆ ਹੀ ਇਹ ਪੰਜਾਬੀ ਉਹ ਲੋਕ ਆ ਇਹਨਾਂ ਦੇ ਸਿਰ ਤੇ ਲੱਥ ਸਕਦੇ ਆ। ਇਹ ਜਿੰਨਾ ਚਿਰ ਅੰਦੋਲਨ ਕਾਨੂੰਨ ਇਹ ਤਿੰਨੇ ਰੱਦ ਨਹੀਂ ਹੁੰਦੇ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਉੱਥੋਂ ਵਾਪਸ ਨਹੀਂ ਆਉਣਗੇ। ਇਹ ਬੀਜੇਪੀ ਦੇ ਰੱਦ 'ਚ ਵੀ ਇਹੋ ਜਿਹੀ ਕੋਈ ਹਰਕਤ ਕਰਾਂਗੇ ਸਾਡੇ ਪਿੱਛੇ ਬੀਬੀਆਂ 3 ਬੀਬੀਆਂ ਉੱਥੇ ਟਰੱਕ ਦੇ ਥੱਲੇ ਦੇਤੀਆਂ ਉਹ ਪਤਾ ਨਹੀਂ ਕਿਸੇ ਨੇ ਚਾਲ ਖੇਡੀ ਆ ਜਾਂ ਕੀ ਉਹ ਅਜੇ ਇਨਵੈਸਟੀਗੇਸ਼ਨ ਚੱਲਣ ਡਈ ਆ ਪਰ ਉਹ ਸਾਹਮਣੇ ਆ ਜੂਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੁੰਦਾ ਪਰ ਇਹ ਜੋ ਵੀ ਹੈਗਾ ਸਭ ਚਾਲਾਂ ਵਾ। ਇਹ ਬੀਜੇਪੀ ਵਾਲੇ ਇੱਕ ਚਾਲਾਂ ਖੇਡਣ ਡੇ ਆ ਸਿਰਫ ਤੇ ਸਿਰਫ ਆ ਜਿਹੜਾ ਅੰਦੋਲਨ ਚੱਲਣ ਡਿਆ ਇਹ ਜਨ ਅੰਦੋਲਨ ਬਣ ਗਿਆ ਪੂਰੇ ਵਰਲਡ 'ਚ ਇਹਨੂੰ ਅੰਦੋਲਨ ਦੇ ਵਿੱਚ ਜਿਹੜੀ ਆਵਾਜ਼ ਚੱਲਣ ਡਈ ਆ। ਇਸ ਵੇਲੇ ਬੀਜੇਪੀ ਦਾ ਗ੍ਰਾਫ ਬਹੁਤ ਨੀਚੇ ਡਿੱਪਿਆ। ਤੁਸੀਂ ਦੇਖੋ ਵੀ ਜਿਮਨੀ ਇਲੈਕਸ਼ਨ ਜਿਹੜੀ ਆ ਜਿਹਦੀ ਸਰਕਾਰ ਹੋਈ ਉਹ ਜਿੱਦਾਂ ਸਰਕਾਰਾਂ ਹੁੰਦਿਆਂ ਜਿਮਨੀ ਇਲੈਕਸ਼ਨ ਹਾਰ ਗਏ। ਇਹ ਸਿਰਫ ਤੇ ਸਿਰਫ ਇਹ ਸੋਚ ਲਓ ਵੀ ਕਿਸਾਨ ਅੰਦੋਲਨ ਦੀ ਹੀ ਕਰਕੇ ਇਹਨਾਂ ਦੇ ਗ੍ਰਾਫ ਡਿੱਗੇ ਆ। ਜਿਹੜਾ ਬੀਜੇਪੀ ਦਾ ਇਹ ਵੇਲੇ ਗ੍ਰਾਫ ਬਿਲਕੁਲ ਛੋਟਾ ਰਹੇਗਾ ਜਿਹੜਾ 66% ਹੀ ਮੇਰਾ ਖਿਆਲ 18-19% ਤੇ ਜਿਹੜਾ ਬੀਜੇਪੀ ਦਾ ਗ੍ਰਾਫ ਚੱਲ ਗਿਆ। ਬੀਜੇਪੀ ਦੀ ਜ਼ਮੀਨ ਸਿਆਸੀ ਜ਼ਮੀਨ ਖਿਸਕਣ ਡਈ ਆ। ਇਹ ਸਿਰਫ ਇੱਕ ਕੁਰਸੀ ਦਾ ਨਸ਼ਾ ਵਾ ਵੀ ਜਿੰਨਾ ਚਿਰ ਇਹ ਕੁਰਸੀ ਦਾ ਨਸ਼ਾ ਉਹਨਾਂ ਚਿਰ ਅਸੀਂ ਕहीं ਨਹੀਂ ਕਿਸੇ ਨੂੰ ਮੰਨਦੇ ਪਰ ਇਹ ਕੁਰਸੀ ਦਾ ਨਸ਼ਾ ਜ਼ਿਆਦਾ ਚਿਰ ਨਹੀਂ ਰਹੂਗਾ। ਇਹ ਬੀਜੇਪੀ ਵਾਲੇ ਜਾਂ ਤੇ ਕੁਰਸੀ ਛੱਡਣਗੇ ਤੇ ਜਾਂ ਇਹ ਕਿਸਾਨਾਂ ਦਾ ਹੱਲ ਕਰਨਗੇ। ਇਹ ਜਿਹੜੀਆਂ ਮਹਾਂ ਪੰਚਾਇਤਾਂ ਜਾਂ ਕਾਨਫਰੰਸਾਂ ਨੇ ਇਹ ਬੇਸਿਕਲੀ ਬਹੁਤ ਜ਼ਰੂਰੀ ਨੇ ਔਰ ਇਹੀ ਮਤਲਬ ਜਿਹੜੀਆਂ ਉੱਥੇ ਮੋਰਚੇ 'ਤੇ ਬੈਠੇ ਅਤੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਵਿੱਚ ਜਿਹੜੇ ਹਮਾਇਤੀ ਨੇ ਕਿਸਾਨਾਂ ਦੇ ਉਹਨਾਂ ਦੇ ਹੌਸਲੇ ਬੁਲੰਦ ਕਰਦੀਆਂ। ਜੇ ਇਹ ਕਾਨਫਰੰਸਾਂ ਨਾ ਹੋਣ ਤਾਂ ਅੰਦੋਲਨ ਨੂੰ ਬਹੁਤ ਵੱਡੀ ਸੱਟ ਲੱਗ ਸਕਦੀ ਹੈ। ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਇਸ ਅੰਦੋਲਨ ਨੂੰ ਕੁਚਲਣ ਲਈ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਦੇਣ ਲਈ ਸਾਰਾ ਹਿੰਦੁਸਤਾਨ ਹੀ ਵੇਚ ਦਿੱਤਾ ਹਰ ਪੱਖ ਮਤਲਬ ਜਿਹੜਾ ਨਾ ਵੇਚ ਦਿੱਤਾ ਔਰ ਉਹਨੂੰ ਜੇ ਇਹ ਕਾਨਫਰੰਸਾਂ ਨਾ ਹੋਣ ਅਤੇ ਲੋਕਾਂ 'ਚ ਜਾਗਰੂਕਤਾ ਨਹੀਂ ਆਉਂਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸਲ ਲੜਾਈ ਤਾਂ ਸਾਰੇ ਲੋਕਾਂ ਦੀ ਸਾਂਝੀ ਲੜਾਈ ਹੈ। ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਇਹ ਅਨਾਜ ਦੀ ਰੋਟੀ ਦੀ ਜ਼ਮੀਨ ਦੀ ਲੜਾਈ ਹੈ। ਜੇ ਜ਼ਮੀਨ ਨਾ ਰਹੀ ਅਨਾਜ ਨਹੀਂ ਹੋਏਗਾ ਜੇ ਅਨਾਜ ਨਹੀਂ ਹੋਇਆ ਤਾਂ ਅਸੀਂ ਸਾਰੇ ਭੁੱਖੇ ਮਰ ਜਾਵਾਂਗੇ। ਇਸ ਲਈ ਇਹੋ ਜਿਹੀਆਂ ਕਾਨਫਰੰਸਾਂ ਬਹੁਤ ਜ਼ਰੂਰੀ ਨੇ।
ਇਸੇ ਕਰਕੇ ਅਸੀਂ ਜਿਹੜੀ ਇਹ ਕਾਨਫਰੰਸ ਇਸ ਬੇਟ ਏਰੀਏ ਦੇ ਵਿੱਚ ਜਿਹੜਾ ਬਹੁਤ ਹੀ ਪਛੜਿਆ ਇਲਾਕਾ, ਦਰਿਆਈ ਇਲਾਕਾ, ਔਰ ਉਹਨੂੰ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਕਾਨਫਰੰਸ ਇੱਥੇ 10 ਤਰੀਕ ਨੂੰ ਰੱਖੀ ਹੈ। ਇਹਦੇ ਵਿੱਚ ਹੋਰਨਾਂ ਲੀਡਰਾਂ ਤੋਂ ਇਲਾਵਾ ਸੰਯੁਕਤ ਮੋਰਚੇ ਦੇ ਆਗੂ ਲਖਮੀਰ ਸਿੰਘ ਨਿਜ਼ਾਮਪੁਰਾ, ਬਸੰਤ ਸਿੰਘ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਬੀਬੀ ਕੁਸ਼ਲ ਭੌਰਾ ਪ੍ਰਧਾਨ ਇਸਤਰੀ ਸਭਾ, ਬੰਦ ਸਿੰਘ ਬਰਾੜ ਏਟਕ ਦੇ, ਮਤਲਬ ਸਾਰੇ ਹੀ ਜਿਹੜੇ ਵਰਗਾਂ ਦੇ ਜਿਹੜੇ ਨੁਮਾਇੰਦੇ ਨੇ, ਲੀਡਰ ਨੇ, ਉਹ ਇੱਥੇ ਪੁੱਜ ਰਹੇ ਆ। ਅਤੇ ਸਾਡੀ ਵੱਧ ਤੋਂ ਵੱਧ ਇਹ ਸਾਰੇ ਇਲਾਕੇ ਨੂੰ, ਸਾਰੀਆਂ ਭੈਣਾਂ ਨੂੰ, ਸਾਰੇ ਭਰਾਵਾਂ ਨੂੰ, ਸਾਰੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਵੀ ਉਸ ਦਿਨ ਵੱਧ ਤੋਂ ਵੱਧ ਚੜ੍ਹ ਕੇ ਆਉਣ ਔਰ ਇਸ ਅੰਦੋਲਨ ਨੂੰ ਸਫਲ ਕਰਨ ਵਾਸਤੇ, ਇਸ ਕਾਨਫਰੰਸ ਨੂੰ ਸਫਲ ਕਰਨ ਵਾਸਤੇ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਹੱਥ ਆ। ਇਹ ਨੌਜਵਾਨ ਪੀੜ੍ਹੀ ਨੇ ਆਪ ਆਪਣੇ ਮੋਢਿਆਂ 'ਤੇ ਲੈ ਕੇ ਇਸ ਮਤਲਬ ਇਸ ਨੂੰ ਸਫਲ ਬਣਾਉਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਹੈ। ਸਾਡੇ ਅਜੀਤ ਸਿੰਘ ਸਰਪੰਚ ਸਾਬਕਾ, ਉਹਨਾਂ ਦਾ ਸਹਿਯੋਗ ਆ, ਧੱਕੜਾਂ ਵਾਲੇ ਸਰਪੰਚ ਸਾਹਿਬ ਦਾ ਸਹਿਯੋਗ ਆ, ਮੇਰੇ ਨਾਲ ਰਾਹੁਲ ਖੜੇ ਨੇ ਸਾਡੇ ਪਿੰਡ ਦੇ ਸਰਪੰਚ, ਇਹ ਵੀ ਮਤਲਬ ਬਹੁਤ ਸਹਿਯੋਗ ਕਰਨਗੇ। ਔਰ ਸਾਨੂੰ ਆਸ ਆ ਵੀ ਇਸ ਅੰਦੋਲਨ ਨੂੰ ਸਫਲ ਕਰਨ ਲਈ ਜੇ ਕਾਨਫਰੰਸ ਸਫਲ ਹੁੰਦੀ ਹੈ ਤਾਂ ਸਾਡੇ ਇਲਾਕੇ 'ਚੋਂ ਵੱਧ ਚੜ੍ਹ ਕੇ ਅਸੀਂ ਅਪੀਲ ਵੀ ਕਰਾਂਗੇ ਵੀ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰ 'ਤੇ ਪੁੱਜੋ, ਕਿਉਂਕਿ ਦਿੱਲੀ ਦੇ ਵਿੱਚ ਉਹ ਹਰ ਤਰੀਕੇ ਦੀ ਜਿਹੜੀ ਹੈ ਸਾਜ਼ਿਸ਼ ਰਚ ਕੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਅੱਗੇ ਵੀ ਕਰਕੇ ਵੇਖ ਲਿਆ, ਜਾਤ ਪਾਤ ਦੇ ਨਾਂ 'ਤੇ ਨਹੀਂ ਵੰਡਿਆ ਗਿਆ, ਨਕਸਲਾਈਟਾਂ ਦੇ ਨਾਂ 'ਤੇ ਨਹੀਂ ਵੰਡਿਆ ਗਿਆ, ਕਾਮਰੇਡਾਂ ਦੇ ਨਾਂ 'ਤੇ ਅੰਦੋਲਨ ਨਹੀਂ ਵੰਡਿਆ ਗਿਆ, ਕਿਸੇ ਵੀ ਜਾਤ ਪਾਤ ਧਰਮ ਦੇ ਨਾਂ 'ਤੇ ਅੰਦੋਲਨ ਨਹੀਂ ਵੰਡਿਆ ਗਿਆ। ਉਹਨਾਂ ਹਰ ਚੀਜ਼ ਕਰਕੇ ਵੇਖ ਲਈ, ਹਰ ਤਰੀਕੇ ਨਾਲ ਫੇਲ ਨੇ। ਔਰ ਇਸੇ ਕਰਕੇ ਹੀ ਅੱਜ ਇਹ ਅੰਦੋਲਨ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਾ। ਔਰ ਵੱਡੀ ਗੱਲ ਇਹ ਆ ਵੀ ਸ਼ਾਂਤਮਈ ਹੈ। ਇਹ ਉਹ ਸ਼ਾਂਤਮਈ ਅੰਦੋਲਨ ਨੂੰ ਤੋੜਨ ਵਾਸਤੇ, ਉਹਨੂੰ ਹਿੰਸਕ ਕਰਨ ਵਾਸਤੇ ਇਹ ਸਾਰੀਆਂ ਚਾਲਾਂ ਚੱਲ ਰਹੀਆਂ। ਔਰ ਸਾਡੇ ਕਿਸਾਨਾਂ ਦੇ, ਸਾਡੇ ਜਿਹੜੀ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ, ਅਤੇ ਜਮਾਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੀ ਸ਼ਾਬਾਸ਼ ਆ ਕਿ ਉਹਨਾਂ ਹਰ ਤਰੀਕੇ ਨਾਲ ਸੂਝ-ਬੂਝ ਦਾ ਸਬੂਤ ਦਿੰਦਿਆਂ ਇਹਨਾਂ ਨੂੰ ਬੁਰੀ ਤਰ੍ਹਾਂ ਨਾਲ ਫੇਲ ਕੀਤਾ। ਅਤੇ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਆਓ ਅਤੇ ਉਸ ਦਿਨ ਆਪਣੇ ਆਗੂਆਂ ਦੇ ਵਿਚਾਰ ਸੁਣੋ, ਅਤੇ ਸਾਡੇ ਨਾਲ ਜੋ ਆਉਣ ਵਾਲਾ ਸਾਡਾ ਭਵਿੱਖ ਹੈ, ਜੋ ਸਾਡੇ ਨਾਲ ਬੁਰੀ ਹਾਲਤ ਹੋਣੀ ਹੈ ਕਿਸਾਨਾਂ ਦੀ, ਮਜ਼ਦੂਰਾਂ ਦੀ, ਔਰਤਾਂ ਦੀ, ਅਤੇ ਹਰ ਬੰਦਾ ਜਿਹੜਾ ਕਿਰਤੀ ਹੈ ਉਹਦੀ ਜੋ ਮਾੜੀ ਹਾਲਤ ਹੋਣੀ ਹੈ ਉਹਦੇ ਬਾਰੇ ਇਹ ਜਾਗਰੂਕ ਕਰਨਗੇ। ਅਤੇ ਹੁਣ ਤੋਂ ਸੁਚੇਤ ਹੋ ਕੇ ਇਹਦੇ ਖਿਲਾਫ, ਇਸ ਲੜਾਈ ਦੇ ਖਿਲਾਫ, ਵੱਡੀ ਲੜਾਈ ਹੈ, ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਦੇਖੋ ਜੀ, ਪਹਿਲਾਂ ਵੀ ਕਲੀਅਰ ਕੀਤਾ ਵੀ ਇਹ ਜਿਹੜਾ ਏਰੀਆ ਥੋੜਾ ਮਿਸਕਨਸੈਪਸ਼ਨ ਦੇ ਵਿੱਚ ਫਿਰ ਰਿਹਾ, ਥੋੜਾ ਇਹਨਾਂ ਨੂੰ ਕਲੀਅਰ ਨਹੀਂਗਾ ਪਤਾ ਵੀ ਜਿਹੜੇ ਬਿੱਲ ਹੈ ਕੀ ਹੈ, ਕਿਵੇਂ ਹੈ। ਪਹਿਲੀ ਤਾਂ ਗੱਲ, ਇਕੱਲੇ ਇਹੋ ਖੇਤਰ ਨਹੀਂ, ਪੂਰੇ ਪੰਜਾਬ ਨੂੰ ਜਾਗਰੂਕ ਹੋਣ ਦੀ ਲੋੜ ਹੈ ਵੀ ਉਹਨੂੰ ਆਪਾਂ ਪੜ੍ਹਨਾ, ਵੀ ਆਪਾਂ ਉਹਦੇ ਵਿੱਚ ਲਿਖਿਆ ਕੀ ਹੈ, ਕੀ ਉਹਦੇ ਮਾੜੇ ਇਫੈਕਟ ਕੀ ਪੈਣੇ ਆਉਣ ਵਾਲੇ ਟਾਈਮ ਦੇ ਵਿੱਚ। ਦੂਸਰੀ ਗੱਲ ਇਹ ਵੀ ਕਿਹੜੀ ਐਡੀ ਲੋੜ ਪੈ ਗਈ ਵੀ ਕੋਵਿਡ ਦੇ ਦੌਰਾਨ ਬੈਕਡੋਰ ਦੀ ਰਾਹੀਂ ਕਾਨੂੰਨ ਲਾਗੂ ਕਰਨੇ ਪੈ ਗਏ। ਐਡੀ ਬਾਕੀ ਵੀ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੇ ਕਾਨੂੰਨ ਅੱਜ ਤੱਕ ਪੈਂਡਿੰਗ ਹੈ। ਕਈ ਬਿੱਲ ਹੈ ਜਿਹੜੇ ਪੈਂਡਿੰਗ ਪਏ ਆ ਰਾਜ ਸਭਾ, ਵਿਧਾਨ ਸਭਾ ਦੇ ਵਿੱਚ ਕਈ ਚੀਜ਼ਾਂ ਪੈਂਡਿੰਗ ਪਈਆਂ, ਉਹ ਨਹੀਂ ਕਲੀਅਰ ਹੋਏ। ਅਸੀਂ ਜੱਟਾਂ ਨੇ, ਕਿਸਾਨਾਂ ਨੇ, ਬੰਦਿਆਂ ਨੇ 20 ਵਾਰੀ ਕਿਹਾ ਵੀ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਉਹ ਅੱਜ ਤੱਕ ਨਹੀਂ ਰਿਪੋਰਟ ਲਾਗੂ ਹੋਈ ਜਿਹੜੀ ਸਾਡੀ ਮੰਗ ਹੈ। LCD ਦਾ ਰੇਟ ਅੱਜ ਤੋਂ ਪਹਿਲਾਂ 10,000 ਰੁਪਈਆ ਸੀ, ਅੱਜ ਲੱਖ ਰੁਪਈਆ, ਅਤੇ ਅਸੀਂ ਵੀ ਆੜਤ ਕਰਦੇ ਆ, ਉਹ 1,800 ਸੀ ਅਤੇ ਅੱਜ ਤੱਕ 2,000 ਆਇਆ ਦੋਵਾਂ ਸਾਲਾਂ ਦੇ ਵਿੱਚ। ਜਿਹੜੀ ਚੀਜ਼ ਅਸੀਂ ਡਿਮਾਂਡ ਕਰਦੇ ਹਾਂ ਉਹ ਤੁਸੀਂ ਅਸੈਪਟ ਨਹੀਂ ਕਰਦੇ, ਜਿਹੜੀ ਚੀਜ਼ ਤੁਸੀਂ ਡਿਮਾਂਡ ਕਰਦੇ ਹੋ ਉਹ ਅਸੀਂ ਅਸੈਪਟ ਕਰੀਏ। ਹਾਊ ਇਟ ਇਜ਼ ਪੋਸੀਬਲ, ਕਿਵੇਂ ਪੋਸੀਬਲ ਵੀ ਅਸੀਂ ਉਹ ਚੀਜ਼ ਅਸੈਪਟ ਕਰ ਲਈਏ? ਇਹ ਗਲਤ ਚੀਜ਼ਾਂ ਹੈ। ਤੁਸੀਂ ਇੱਕ ਚੀਜ਼ ਹੋਰ ਵੇਖੋ, ਇਕੱਲਾ ਕਿਸਾਨ ਨੇ ਜਿਹੜਾ ਸੰਘਰਸ਼ ਹੈ ਸਿਰਫ ਖੇਤੀ 'ਤੇ ਨਹੀਂ, ਬੰਦੇ ਹੋਰ ਵੀ ਜਾਗਰੂਕ ਹੋ ਗਏ ਆ। ਇਹ BJP ਨੇ ਆਪ ਆਪਣੇ ਪੈਰਾਂ ਦੇ ਉੱਤੇ ਘਲਾੜੀ ਮਾਰ ਲਈ ਹੈ। ਕੁਝ ਲੋਕਾਂ ਨੂੰ ਜਿਹੜੇ ਕਿਤਾਬਾਂ ਪੜ੍ਹਨੀਆਂ ਨਹੀਂ ਨਾ ਆਉਂਦੀਆਂ, ਉਹਨਾਂ ਨੇ ਵੀ ਪੜ੍ਹਨੀਆਂ ਸ਼ੁਰੂ ਕਰਤੀਆਂ ਵੀ ਤੇਲ ਦਾ ਰੇਟ ਪਹਿਲਾਂ ਕੀ, ਬੈਰਲ ਦਾ ਕੀ ਰੇਟ ਸੀ ਅਤੇ ਹੁਣ ਕੀ ਰੇਟ ਹੈ। ਸਾਡੇ ਵਰਗੇ ਬੰਦੇ ਪਿੰਡਾਂ 'ਚ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਅਸੀਂ ਗੂਗਲ 'ਤੇ ਸਰਚ ਕਰਨ ਲੱਗ ਗਏ ਵੀ GDP ਪਹਿਲਾਂ ਕਿੱਥੇ ਸੀ, ਹੁਣ ਕਿੱਥੇ ਆ। ਅਸੀਂ ਨਹੀਂ ਤਾਂ ਇਹ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਮੈਂ ਤਾਂ ਕਹਿੰਦਾ ਬੜੀ ਵਧੀਆ ਗੱਲ ਹੋਈ, ਅਸੀਂ ਲੋਕ ਜਾਗਰੂਕ ਹੋ ਗਏ ਹਾਂ। ਸਿੱਧੀ ਜੀ ਗੱਲ ਹੈ ਵੀ ਕਾਨੂੰਨ ਆਏ, ਗਲਤ ਆਏ, ਕਾਨੂੰਨ ਰੱਦ ਕਰਾਉਣਾ, ਨਥਿੰਗ ਐਲਸ। ਇਸ ਤੋਂ ਬਾਅਦ ਕੋਈ ਹੋਰ ਗੱਲ ਨਹੀਂ ਹੈਗੀ। ਇਹ ਚੀਜ਼ਾਂ ਅਸੀਂ ਖਤਮ ਕਰਨੀਆਂ, ਇਹਦੇ ਲਈ ਸਾਡੀ ਡਿਮਾਂਡ ਹੈ। ਹੋਰ ਤਾਂ ਕੋਈ ਡਿਮਾਂਡ ਹੀ ਹੈ ਨਹੀਂ। MSP ਜਿਹੜੇ ਕੁਝ ਹਿਮਾਚਲ ਦੇ ਲੋਕ ਆ ਉਹਨਾਂ ਨੂੰ ਵੀ ਦਿਖਣਾ ਸ਼ੁਰੂ ਹੋ ਗਿਆ। ਜਦੋਂ ਸੇਬ ਪਹਿਲਾਂ 100 200 ਨੂੰ ਭੇਜਦੇ ਹੁੰਦੇ, ਹੁਣ 10 ਨੂੰ ਭੇਜਦੇ ਆ, ਅਤੇ ਆਪ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ 'ਤੇ ਵੀ ਆਉਣ ਵਾਲੇ ਟਾਈਮ 'ਚ ਇੰਪੈਕਟ ਪੈਣਾ, ਅਕਲ ਆ ਜਾਏਗੀ ਉਹਨਾਂ ਨੂੰ ਵੀ ਜਲਦੀ। ਸੋ ਮੇਰੀ ਇਹ ਬੇਨਤੀ ਹੈ ਵੀ ਸਾਰੇ ਆਪਾਂ ਇੱਥੇ ਕਾਨਫਰੰਸ 'ਚ ਇਕੱਠੇ ਹੋਣਾ। ਬਾਕੀ ਸ਼ਾਸਕ ਤਾਂ ਸਾਨੂੰ ਚੰਗਾ ਚਾਹੀਦਾ, ਅਸੀਂ ਕਦੋਂ ਕਿਹਾ ਮਾੜਾ ਸ਼ਾਸਕ ਦਿਓ ਸਾਨੂੰ? ਤੇ ਸ਼ਾਸਕ ਜਿਹੜਾ ਮਰਜ਼ੀ ਤੁਸੀਂ ਸਾਡੇ 'ਤੇ ਸ਼ਾਸਕ ਲੱਗ ਜਾਓ, ਸਾਨੂੰ ਤਾਂ ਰੂਲ ਚੰਗੇ ਚਾਹੀਦੇ ਆ ਵੀ ਸਾਡੇ ਜਿਹੜਾ ਸਾਡਾ ਰਹਿਣ ਸਹਿਣ, ਜੀਵਨ, ਸਾਡਾ ਇਕਨੋਮਿਕ, ਫਾਈਨੈਂਸ਼ੀਅਲੀ ਸਾਰੀਆਂ ਚੀਜ਼ਾਂ ਚੰਗੀਆਂ ਹੋਣ ਸਾਡੇ ਵੱਲੋਂ। ਅਸੀਂ ਕਿ ਮੋਦੀ ਨਾਲ ਤੁਹਾਡੀ ਜ਼ਮੀਨ ਵੰਡੀ ਹੈ, ਠੀਕ ਕੰਮ ਕਰੇ, ਸਾਨੂੰ ਕੀ ਆ, ਵਧੀਆ ਕੰਮ ਕਰੇ, ਵਰਕ। ਦੇਸ਼ ਦੀ ਤਰੱਕੀ ਚਾਹੀਦੀ ਹੈ। GDP ਜਿਹੜੀ 8 ਤੋਂ ਥੱਲੇ ਸੁੱਟੀ ਹੈ, 70% ਤੇ ਐਗਰੀਕਲਚਰ ਨਾਲ ਰਿਲੇਟਡ ਹੈ।
ਇਹ ਚਾਹੁੰਦੇ ਵੀ ਐਗਰੀਕਲਚਰ ਮਾਰ ਦਈਏ 30% ਕੰਟਰੋਲ ਕਰਕੇ 100 ਦਾ 100 ਜਿੱਥੇ ਆ ਜਾਈਏ। ਆਪਾਂ ਨੂੰ ਕੋਈ ਦਿੱਕਤ ਨਹੀਂ, ਸਾਡੇ ਵੱਲੋਂ ਤੇ ਪਿੰਡ ਦਾ ਸਰਪੰਚ ਹੋਏ ਪੰਚ ਹੋਏ ਚੰਗਾ ਚਾਹੀਦਾ। ਅਸੀਂ ਕਿਸੇ ਨੂੰ ਕਾਸਟ ਨਾ ਕੀ ਕਿਸੇ ਦਾ ਕੋਈ ਕਾਸਟ ਕੋਈ ਆ, ਹੁਣ ਚੰਨੀ ਸਾਹਿਬ ਹੈ ਕੋਈ ਆ, ਕਿਸੇ ਨੂੰ ਕੀ ਦਿੱਕਤ ਆ। ਸਾਡੇ ਵੱਲੋਂ ਆ ਨਿਸ਼ਾਨ ਸਿੰਘ ਨੂੰ ਲਾ ਦਿਓ, ਤੁਸੀਂ ਲੱਗ ਜਾਓ, ਤੁਸੀਂ ਲੱਗ ਜਾਓ। ਸਾਨੂੰ ਸਿਸਟਮ ਚੰਗਾ ਚਾਹੀਦਾ, ਸਿਸਟਮ ਚੰਗਾ ਕਰੋ ਤੇ ਅਸੀਂ ਐਕਸੈਪਟੇਬਲ ਆ ਹਰ चीज़ ਲਈ। मेडिकोम आयुर्वेदिक सेंटर, यहाँ पर आपको मिलेगा हर मुश्किल का हल, जैसे कि मर्दाना कमजोरी, औरतों और पुरुषों के गुप्त रोग, बे औलाद, फालतू चर्बी, बढ़ा हुआ पेट घटाएं, बवासीर, और आपको मिलेगी हर प्रकार की आयुर्वेदिक दवाइयाँ। मेडिकोम आयुर्वेदिक सेंटर, दीप कॉम्प्लेक्स, ऑपोजिट दुआबा शोरूम, कोट रोड, अमृतसर। रोजाना मिल 6 बजे तक।